ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੁਆਬ ਅਕੈਡਮੀ ਤੇ। ਤਾਂ ਅੱਜ ਆਪਾਂ CDP ਦੀ ਨੈਕਸਟ ਕਲਾਸ ਸਟਾਰਟ ਕਰਨ ਜਾ ਰਹੇ ਹਾਂ। ਤਾਂ ਪਿਛਲੀ ਕਲਾਸ ਵਿੱਚ ਆਪਾਂ ਮੋਰਲ ਐਜੂਕੇਸ਼ਨ ਬਾਰੇ ਪੜ੍ਹਿਆ ਸੀਗਾ। ਮੋਰਲ ਐਜੂਕੇਸ਼ਨ ਤਾਂ ਉਹਦੇ ਵਿੱਚ ਆਪਾਂ ਪੁਆਇੰਟ ਪੜ੍ਹੇ ਸੀਗੇ। ਇੱਕ ਥਿਊਰੀ ਕੀਤੀ ਸੀਗੀ ਜੀਨ ਪਿਆਜੇ ਦੀ, ਦੂਸਰੀ ਕੀਤੀ ਸੀ ਲਾਰੈਂਸ ਕੋਲਬਰਗ ਦੀ। ਤਾਂ ਅੱਜ ਆਪਾਂ ਉਸੇ ਟੌਪਿਕ ਦੇ MCQ ਦੇਖਦੇ ਹਾਂ। ਤਾਂ ਅੱਜ ਦੀ ਕਲਾਸ ਦਾ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ। ਕੋਲਬਰਗ ਹੈਜ਼ ਗਿਵਨ, ਕੋਲਬਰਗ ਨੇ ਕਿਹੜਾ ਸਿਧਾਂਤ ਦਿੱਤਾ ਹੈ? ਤਾਂ ਪਹਿਲੀ ਆਪਸ਼ਨ ਆਪਣੇ ਕੋਲ ਦਾ ਸਟੇਜ ਆਫ ਫਿਜ਼ੀਕਲ ਡਿਵੈਲਪਮੈਂਟ, ਸਰੀਰਕ ਵਿਕਾਸ ਦਾ ਪੜਾਅ, ਦਾ ਸਟੇजेस ਆਫ ਇਮੋਸ਼ਨਲ ਡਿਵੈਲਪਮੈਂਟ, ਭਾਵਨਾਤਮਕ ਵਿਕਾਸ ਦੇ ਪੜਾਅ, ਦਾ ਸਟੇਜ ਆਫ ਮੋਰਲ ਡਿਵੈਲਪਮੈਂਟ, ਨੈਤਿਕ ਵਿਕਾਸ ਦਾ ਪੜਾਅ, ਚੌਥੀ ਆਪਣੇ ਕੋਲ ਦਾ ਸਟੇਜ ਆਫ ਕੋਗਨੀਟਿਵ ਡਿਵੈਲਪਮੈਂਟ, ਬੋਧਾਤਮਿਕ ਵਿਕਾਸ ਦਾ ਪੜਾਅ। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਸੀ, ਦਾ ਸਟੇਜ ਆਫ ਮੋਰਲ ਡਿਵੈਲਪਮੈਂਟ ਜਾਂ ਫਿਰ ਨੈਤਿਕ ਵਿਕਾਸ ਦਾ ਸਿਧਾਂਤ। ਤਾਂ ਇਹਦੇ ਵਿੱਚ ਇਹਨਾਂ ਨੇ ਕੀ ਦੱਸਿਆ ਸੀਗਾ? 3 ਲੈਵਲ ਹੁੰਦੇ ਆ, 6 ਕੀ ਹੁੰਦੀਆਂ ਸਟੇਜਾਂ। ਹਰੇਕ ਲੈਵਲ ਦੇ ਵਿੱਚ 2 ਸਬ ਸਟੇਜਾਂ ਹੈ, ਤਾਂ ਜਿਸ ਕਰਕੇ 3 ਕੀ ਹੈ ਇਹਦੇ ਪੱਧਰ, 6 ਕੀ ਨੇ ਦੀਆਂ ਅਵਸਥਾਵਾਂ। ਤਾਂ ਇਹੀ ਥਿਊਰੀ ਦਿੱਤੀ ਸੀਗੀ ਇਹਨਾਂ ਨੇ, ਕੋਲਬਰਗ ਨੇ, ਦਾ ਸਟੇਜ ਆਫ ਮੋਰਲ ਡਿਵੈਲਪਮੈਂਟ। ਨੈਕਸਟ ਕੁਐਸਚਨ ਦੇਖਦੇ ਆ। Which option is correct about ਲਾਰੈਂਸ ਕੋਲਬਰਗ? ਤਾਂ ਲਾਰੈਂਸ ਕੋਲਬਰਗ ਦੇ ਬਾਰੇ ਕਿਹੜਾ ਵਿਕਲਪ ਸਹੀ ਹੈ? ਤਾਂ ਪਹਿਲੀ ਆਪਸ਼ਨ ਆਪਣੇ ਕੋਲ did not refer to Piaget theory of moral development, ਨੈਤਿਕ ਵਿਕਾਸ ਦੇ ਪਿਆਜੇ ਦੇ ਸਿਧਾਂਤ ਦਾ ਹਵਾਲਾ ਨਹੀਂ ਦਿੱਤਾ। ਤਾਂ ਇਹ ਬਿਲਕੁਲ ਗਲਤ ਹੈ। ਤਾਂ ਇਹਨਾਂ ਨੇ ਪਿਆਜੇ ਦੇ ਸਿਧਾਂਤ ਤੋਂ ਹੀ ਤਾਂ ਪ੍ਰਭਾਵਿਤ ਹੋ ਕੇ ਆਪਣੀ ਥਿਊਰੀ ਦਿੱਤੀ ਸੀਗੀ, ਕਿਉਂਕਿ ਪਿਆਜੇ ਨੇ ਸਿਰਫ 2 ਸਟੇਜ ਦੱਸਿਆ ਸੀਗਾ। ਤਾਂ ਉਥੋਂ ਇਹ ਸੈਟੀਸਫਾਈ ਨਹੀਂ ਹੋਏ ਤੇ ਇਹਨਾਂ ਨੇ ਆਪਣੀ ਥਿਊਰੀ ਦਿੱਤੀ ਹੈ, ਜਿਹਦੇ ਵਿੱਚ ਕੀ ਦੱਸਿਆ? 3 ਲੈਵਲ ਦੱਸਿਆ, 6 ਕੀ ਦੱਸਿਆ ਸਟੇਜਾਂ ਦੱਸੀਆਂ। ਤਾਂ ਪਹਿਲੀ ਆਪਸ਼ਨ ਗਲਤ ਹੋ ਗਈ। ਦੂਸਰੀ ਕੀ ਹੈ? 2 ਆਮ ਪੱਧਰਾਂ ਵਿੱਚ ਸੰਗਠਿਤ ਨੈਤਿਕ ਵਿਕਾਸ ਦੇ 6 ਪੜਾਵਾਂ ਦਾ ਪ੍ਰਸਤਾਵਿਤ ਕੀਤਾ ਗਿਆ ਹੈ, ਜਾਂ ਫਿਰ ਇੰਗਲਿਸ਼ ਕੀ ਹੈ? ਪਰਪਸ 6 ਸਟੇਜ ਆਫ ਮੋਰਲ ਡਿਵੈਲਪਮੈਂਟ ਆਰਗੇਨਾਈਜ਼ਡ ਇਨਟੂ 2 ਜਨਰਲ ਲੈਵਲ। ਤਾਂ ਇਹ ਵੀ ਲਾਈਨ ਗਲਤ ਹੈ, ਕਿਉਂਕਿ ਦੇਖੋ ਲਾਰੈਂਸ ਕੋਲਬਰਗ ਨੇ ਕੀ ਦੱਸਿਆ? 3 ਲੈਵਲ ਦੱਸਿਆ, 6 ਸਟੇਜਾਂ ਦੱਸੀਆਂ। ਤਾਂ ਇੱਥੇ 6 ਸਟੇਜ ਦੀ ਤਾਂ ਗੱਲ ਕਰ ਰਿਹਾ ਹੈ, ਪਰ ਜਿਹੜੇ ਲੈਵਲ ਦੀ ਗੱਲ ਕਰ ਰਿਹਾ ਕਿੰਨੇ ਕਰ ਰਿਹਾ? 2। ਇਸ ਕਰਕੇ ਇਹ ਆਪਸ਼ਨ ਵੀ ਕੀ ਹੈ? ਗਲਤ। ਤੀਸਰਾ ਕੀ ਆਪਣੇ ਕੋਲ? ਬੱਚਿਆਂ ਨੂੰ ਇੱਕ ਕਲਪਨਾ ਦੇ ਨਾਲ ਪੇਸ਼ ਕਰਕੇ ਉਹਨਾਂ ਤੇ ਖੋਜ ਕੀਤੀ ਜਾਵੇ। ਚੌਥਾ ਕੀ ਹੈ? ਦਲੀਲ ਦਿੰਦਾ ਹੈ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਨੈਤਿਕਤਾ ਉਹਨਾਂ ਦੇ ਬੋਧਾਤਮਿਕ ਵਿਕਾਸ ਦੇ ਦੌਰਾਨ ਵੱਖੋ ਵੱਖਰੇ ਢੰਗ ਨਾਲ ਅੱਗੇ ਵਧਦੀ ਹੈ। ਤਾਂ ਦੇਖੋ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਬਣੇਗੀ ਸੀ, conducting research on children by the presenting them with hypothetically। ਤਾਂ ਬੱਚਿਆਂ ਨੂੰ ਇੱਕ ਕਲਪਨਾ ਦੇ ਨਾਲ ਪੇਸ਼ ਕਰਕੇ ਉਹਨਾਂ ਤੇ ਖੋਜ ਕੀਤੀ ਜਾਵੇ। ਤਾਂ ਇਹੀ ਇਸ ਦਾ ਕੀ ਹੈ? ਰਾਈਟ ਆਨਸਰ। ਨੈਕਸਟ ਕੁਐਸਚਨ ਦੇਖਦੇ ਹਾਂ। thinking process involved in judgment about question for right and wrong is called। ਕਹਿੰਦੇ ਸਹੀ ਅਤੇ ਗਲਤ ਦੇ ਸਵਾਲ ਬਾਰੇ ਨਿਰਣੇ ਵਿੱਚ ਸ਼ਾਮਿਲ ਸੋਚਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਤਾਂ ਪਹਿਲੀ ਆਪਸ਼ਨ ਆਪਣੇ ਕੋਲ ਮੋਰਲਿਜ਼ਮ ਜਾਂ ਨੈਤਿਕ ਯਥਾਰਥਵਾਦ, ਦੂਸਰੀ ਕੀ ਹੈ? ਮੋਰਲ ਚੁਆਇਸ, ਨੈਤਿਕ ਚੋਣ, ਤੀਸਰੀ ਕੀ ਹੈ? ਮੋਰਲ ਰੀਜ਼ਨਿੰਗ, ਨੈਤਿਕ ਤਰਕ, ਚੌਥੀ ਕੀ ਹੈ? ਮੋਰਲ ਡਿਲੇਮਾ, ਨੈਤਿਕ ਦੁਵਿਧਾ। ਤਾਂ ਦੇਖੋ ਮੋਰਲ ਰੀਅਲਿਜ਼ਮ ਆਪਾਂ ਕੀ ਪੜਿਆ ਸੀਗਾ? ਜਿੱਥੇ ਕੀ ਹੋਣਗੇ? ਰੂਲ, ਜੋ ਵੀ ਸੋਸਾਇਟੀ ਦੇ ਰੂਲ ਹੋਣਗੇ, ਸਮਾਜ ਦੇ ਰੂਲ ਹੋਣਗੇ, ਉਹ ਕੀ ਹੋਣਗੇ? ਐਬਸੋਲੂਟਲੀ ਹੋਣਗੇ, ਸੱਚ ਹੋਣਗੇ, ਨਿਸ਼ਚਿਤ ਹੋਣਗੇ। ਤਾਂ ਇਹਦੀ ਗੱਲ ਨਹੀਂ ਕਰਦਾ। ਦੂਸਰਾ ਕੀ ਹੈ? ਮੋਰਲ ਚੁਆਇਸ, ਇਹਦੀ ਆਪਾਂ ਕਿਤੇ ਵੀ ਗੱਲ ਨਹੀਂ ਕੀਤੀ। ਅੱਗੇ ਆਪਣੇ ਕੋਲ ਮੋਰਲ ਡਿਲੇਮਾ। ਡਿਲੇਮਾ ਕੀ ਹੈ? ਜਦੋਂ ਇੱਕ ਆਪਾਂ ਨੂੰ ਕੀ ਹੁੰਦੀ ਹੈ? ਕਨਫਿਊਜ਼ਨ ਹੁੰਦੀ ਹੈ। ਜਦੋਂ ਆਪਾਂ ਕਨਫਿਊਜ਼ਨ 'ਚ ਕੀ ਹੁੰਦੇ ਆ? ਫਸੇ ਹੁੰਦੇ ਆ, ਇੱਕ ਦੁਵਿਧਾ 'ਚ ਫਸੇ ਹੁੰਦੇ ਆ। ਤਾਂ ਉਦੋਂ ਕੀ ਆਪਾਂ ਸਹੀ ਜਾਂ ਗਲਤ ਦੇ ਵਿਚਕਾਰ ਫਸੇ ਹੁੰਦੇ ਆ। ਇੱਥੇ ਕੀ ਉਹਨੇ ਸਹੀ ਜਾਂ ਗਲਤ ਸਵਾਲ ਦੇ ਬਾਰੇ
निर्णय में शामिल सोचने की प्रक्रिया। तो अपना राइट आंसर की बनेगा ऑप्शन सी मोरल रीजनिंग। जो आप किसी रिजल्ट का किसी रिजल्ट पे पहुंच जाने किसी तर्क कर लेने अपनी तर्क के अकॉर्डिंग, ठीक है, कि अपने वास्ते की सही है की गलत है, तो उसनों आपां की बोलने मोरल रीजनिंग। नेक्स्ट क्वेश्चन देखते हैं। रजनी जज हर फ्रेंड एक्शन बेस्ड ऑन टिट फॉर टैट mentality as per Lawrence Kohlberg theory, at which level cognitive moral development is she at present। कहते रजनी जैसे को तैसा टिट फॉर टैट जैसे को तैसा मानसिकता ਦੇ आधार ਤੇ अपने दोस्तों ਦੀਆਂ ਕਾਰਵਾਈਆਂ ਦਾ ਨਿਰਣਾ ਕਰਦੀ ਹੈ। ਤਾਂ ਲਾਰੈਂਸ ਕੋਲਬਰਗ ਦੇ ਸਿਧਾਂਤ ਦੇ ਅਨੁਸਾਰ ਉਹ ਵਾਤਾਵਰਣ ਵਿੱਚ ਬੋਧਾਤਮਿਕ ਨੈਤਿਕ ਵਿਕਾਸ ਦਾ किस पद्धर ते है। तो पहली ऑप्शन अपने को कन्वेंशनल रिवायती, दूसरा अपने को प्री कन्वेंशनल पूर्व रिवायती, तीसरा की है पोस्ट कन्वेंशनल उत्तर रिवायती, चौथा की है फॉर्मल कन्वेंशनल रस्मी रिवायती। तो देखो फॉर्मल कन्वेंशनल की गल किते भी नहीं करता। तो देखो अगे आप यही पढ़िया कि कोलबर्ग ने कितने लैवल दिते हैं 3, स्टेजा कितनी दी है 6। 6 स्टेजा दे विच जिहड़ी पहली 2 स्टेजा है, पहले नूं आपां की बोलदे आ प्री कन्वेंशनल, दूसरे नूं की बोलदे आ कन्वेंशनल, तीसरे नूं आपां की बोलदे आ पोस्ट कन्वेंशनल। तो इन्हां दे अगे आपां सब स्टेजा पढ़े सी। तां पहली स्टेज विच आपां पढ़िया सीगा, पहले च की सीगा ओबे एंड पुनिशमेंट। ये पहली स्टेज सीगी। दूसरी किहड़ी सीगी टिट फॉर टैट। ਜਾਂ ਆਪਾਂ ਕੀ ਪੜਿਆ ਸੀਗਾ ਪ੍ਰਾਈਜ਼। ਜਾਂ ਆਪਾਂ ਇੱਕ ਹੋਰ ਕੀ ਪੜਿਆ ਸੀਗਾ ਇੰਸਟਰੂਮੈਂਟਲ ਐਕਸਚੇਂਜ। ਤਾਂ ਇੱਥੇ ਕਹਿ ਰਿਹਾ ਟਿਟ ਫॉर ਟੈਟ ਮਾਨਸਿਕਤਾ ਦੇ ਆਧਾਰ ਤੇ। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ, ਇਹ ਕਿਹੜੀ ਸਟੇਜ ਵਿੱਚ ਆਉਂਦਾ ਆਪਣੇ ਕੋਲ ਪ੍ਰੀ ਕਨਵੈਨਸ਼ਨਲ ਸਟੇਜ, ਆਪਸ਼ਨ ਬੀ। ਨੈਕਸਟ ਕੁਐਸਚਨ ਦੇਖਦੇ ਆ। on the basis of the children response on the Hina dilemma, Lawrence Kohlberg has proposed specific developmental stage of कहना हीना दुविधा प्रति बच्चों के जवाब के आधार पर लॉरेंस कोलबर्ग ने विकास के खास पड़ावां का प्रस्ताव किया है। तो इन्हां विचों किहड़ा है। तो पहली हैगी अपने को ऑप्शन मॉरल डेवलपमेंट, दूसरी है सोशल डेवलपमेंट, तीसरा है साइकोलॉजिकल डेवलपमेंट, चौथा है पर्सनल डेवलपमेंट। तो इसका राइट आंसर की बनेगा अपने को ऑप्शन ए मॉरल डेवलपमेंट, नैतिक विकास। नेक्स्ट क्वेश्चन देखते हैं। लॉरेंस कोलबर्ग इवेल्युएट डैश अमंग चिल्ड्रन एंड अडल्ट। लॉरेंस कोलबर्ग ने बच्चों ते बालगां विच डैश का मूल्यांकन किया। तो पहली ऑप्शन अपने को इंपैक्ट ऑफ प्रेज ऑन इमोशन, भावनावां ते प्रशंसा का प्रभाव। दूसरा की है फैक्टर इन्फ्लुएंसिंग फिजिकल डेवलपमेंट, शरीरिक विकास को प्रभावित करने वाले कारक। तीसरा की है डेवलपमेंटल ऑफ मोरल रीजनिंग, नैतिक तर्क का विकास। चौथा की है कोर्स ऑफ इमोशनल डेवलपमेंट, भावनात्मक विकास का कोर्स। तो राइट आंसर की बनेगा अपने को नैतिक तर्क का विकास, डेवलपमेंटल ऑफ मोरल रीजनिंग। बच्चों के बालगां विच डैश का मूल्यांकन, नैतिक मतलब अपनी तर्क के अकॉर्डिंग अपना की करना है, सही या गलत का फैसला करना है, उन्होंने आप की बोलते हैं मॉरल रीजनिंग। तो नेक्स्ट क्वेश्चन देखते हैं। लॉरेंस कोलबर्ग प्रपोज अ सीक्वेंस ऑफ स्टेज डैश ऑफ मोरल रीजनिंग अमंग चिल्ड्रन एंड अडल्ट। तो इसका राइट आंसर की बनेगा अपने को, उन्होंने यही पूछा है क्वेश्चन जो उन्होंने की पूछा सीक्वेंस ऑफ स्टेजेस, स्टेजेस की गल की है। तो देखो इन्होंने लैवल कितने दसे है 3 लैवल दसे है, 6 की दसे है स्टेजेस। हुण 3 लैवल दसे, पहला किहड़ा सीगा अपने कोल प्री कन्वेंशनल, दूसरा किहड़ा अपने कोल कन्वेंशनल, चौथा तीसरा किहड़ा अपने कोल पोस्ट कन्वेंशनल।
ਤਾਂ ਇਹਦੇ ਅੱਗੇ ਦੋ ਸਬ ਸਟੇਜਾਂ ਸੀਗੀਆਂ। ਪਹਿਲੀ ਕਿਹੜੀ ਸੀਗੀ? ਓਬੇ ਐਂਡ ਪਨਿਸ਼ਮੈਂਟ। दूसरी केड़ी सीगी? टिट फॉर टैट। दूसरे च फिर दो सब सीगे, ਇਹਦੇ ਚ ਕਿਹੜੀ ਸੀਗੀ? गुड बॉय नाइस गर्ल। ਇਹਦੇ ਚ ਕੀ ਸੀਗਾ? सोशल ऑर्डर ਜਾਂ सोशल लॉ, लॉ एंड ऑर्डर। ਇਹਦੇ ਕੀ ਸੀਗਾ? ਇੱਥੇ ਸੀਗਾ ਇੰਡੀਵਿਜੂਅਲ ਤੌਰ ਤੇ ਇੰਡੀਵਿਜੂਅਲ ਲॉ, ਜਾਂ ਦੂਸਰਾ ਆਪਾਂ ਕੀ ਪੜਿਆ? ਸੋਸ਼ਲ ਕੰਟੈਕਟ। ਲਾਸਟ ਕੀ ਸੀਗਾ ਆਪਣੇ ਕੋਲ? ਯੂਨੀਵਰਸਲ ਐਥਿਕਸ। ਜਾਂ ਆਪਾਂ ਇਹਦੇ ਨਾਲ ਇੱਕ ਹੋਰ ਸ਼ਬਦ ਪੜ੍ਹਦੇ ਆ, ਸੈਲਫ ਐਕਚੁਅਲਾਈਜੇਸ਼ਨ। ਠੀਕ ਹੈ, ਤਾਂ ਇਹਦੇ ਵਿੱਚ ਕਿੰਨੀਆਂ ਸਟੇਜਾਂ ਸੀਗੀਆਂ? ਸਟੇਜਾਂ ਸੀਗੀਆਂ 6, ਲੈਵਲ ਕਿੰਨੇ ਸੀਗੇ? 3। ਨੈਕਸਟ ਕੁਐਸਚਨ ਦੇਖਦੇ ਆ। ਐਨ ਇੰਡੀਵਿਜੂਅਲ ਸਟੇਜ ਆਫ ਮੋਰਲ ਕਨਫਰਮਿੰਗ ਟੂ ਦਾ democratically accepted law and more of the community welfare is reflected in the Kohlberg dash of moral development। ਲੋਕਤੰਤਰੀ ਤੌਰ ਤੇ ਪ੍ਰਵਾਨਿਤ ਕਾਨੂੰਨਾਂ ਅਤੇ ਭਾਈਚਾਰਕ ਭਲਾਈ ਦੀਆਂ ਹੋਰ ਚੀਜ਼ਾਂ ਦੀ ਪਾਲਣਾ ਕਰਨ ਦਾ ਇੱਕ ਵਿਅਕਤੀ ਦਾ ਨੈਤਿਕ ਪੜਾਅ ਕੋਲਬਰਗ ਦੇ ਅਨੁਸਾਰ ਜਾਂ ਕੋਲਬਰਗ ਦੇ ਨੈਤਿਕ ਵਿਕਾਸ ਡੈਸ਼ ਵਿੱਚ ਝਲਕਦਾ ਹੈ। ਤਾਂ ਉਹੀ ਆਪਾਂ ਦੱਸਣਾ ਇਹ ਕਿਹੜੀ ਸਟੇਜ ਵਿੱਚ ਆਏਗਾ। ਤਾਂ ਪਹਿਲੀ ਆਪਸ਼ਨ ਕੀ ਆਪਣੇ ਕੋਲ? ਪ੍ਰੀ ਕਨਵੈਨਸ਼ਨਲ ਸਟੇਜ। दूसरी केड़ी है? कन्वेंशनल स्टेज। तीसरी केड़ी है? पोस्ट कन्वेंशनल स्टेज। चौथा की है? नन ऑफ दीज। हुण देखो प्री कन्वेंशनल स्टेज पढ़े सी जिथे आपां बच्चों नूं लैके चलदे हां, क्योंकि बच्चों वास्ते की ने जो रूल बने उन्हां वास्ते फिक्स ने। तां बच्चे सजा तो बचन लई की करदे आ? नैतिकता नूं अपनाउंदे आ, जां फिर की करदे आ? रिवार्ड नूं प्राप्ति करन लई, जिवें आपां पिछे पढ़िआ रिवार्ड, टिट फॉर टैट, अगले दा बदला। तो वो सारी चीज़ां कित्थे देखण नूं मिलदे आपां नूं? प्री कन्वेंशनल। कन्वेंशनल विच आपां की करदे आ? देखदे आ सैल्फ, जिथे अपने खुद की गल हुंदी है, आपां खुद समाज नूं चंगा लगण वाला व्यवहार करांगे, जिहड़े सोसाइटी दे रूल ने वो रूल नूं की करांगे? फॉलो करांगे। तीसरा की है? जिथे तीसरा आपां पढ़िआ जिवें अपने पेरेंट्स हो गए जां कोई होर जिहड़े देश के खातर की हो गया अपने आप नूं समर्पित कर गए जां बलिदान कर गया अपना। ठीक है, तो वो किहदे च देखण नूं मिलदे आपां नूं? पोस्ट कन्वेंशनल स्टेज। ਤਾਂ ਇਹਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਇਹਨਾਂ ਨੇ ਕੀ ਕਿਹਾ? ਪ੍ਰਵਾਨਿਤ ਕਾਨੂੰਨਾਂ ਅਤੇ ਭਾਈਚਾਰਕ ਭਲਾਈ ਲਈ ਹੋਰ ਚੀਜ਼ਾਂ ਦੀ ਪਾਲਣਾ। ਤਾਂ ਇਹ ਦੇਖੋ ਇਹ ਕਿਹਦੇ ਚ ਦੇਖਣ ਨੂੰ ਮਿਲੇਗਾ? ਜਦੋਂ ਆਪਾਂ ਇੰਡੀਵਿਜੂਅਲ ਤੌਰ ਤੇ ਰੂਲ ਨੂੰ ਕੀ ਕਰ ਸਕਦੇ ਆ? ਚੇਂਜ ਕਰ ਸਕਦੇ ਆ। ਮਤਲਬ ਕਾਨੂੰਨਾਂ ਨੂੰ ਚੇਂਜ ਕਰਕੇ ਐਦਾਂ ਦਾ ਕਾਨੂੰਨ ਬਣਾਉਣਾ ਕਿ ਜਿਹੜਾ ਸਾਰਿਆਂ ਨਾਲ ਕੀ ਹੋ ਜਾਏ? ਭਲਾਈ ਹੋ ਜਾਵੇ। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਸੀ, ਪੋਸਟ ਕਨਵੈਨਸ਼ਨਲ ਸਟੇਜ। ਨੈਕਸਟ ਕੁਐਸਚਨ ਦੇਖਦੇ ਆ। ਅਕੋਰਡਿੰਗ ਟੂ ਲਾਰੈਂਸ ਕੋਲਬਰਗ what is the primary basis of 7 to 8 year old children moral decision? ਕਹਿੰਦਾ ਲਾਰੈਂਸ ਕੋਲਬਰਗ ਦੇ ਅਨੁਸਾਰ 7 ਤੋਂ 8 ਸਾਲ ਦੇ ਬੱਚਿਆਂ ਦੇ ਨੈਤਿਕ ਫੈਸਲੇ ਦਾ ਮੁੱਢਲਾ ਆਧਾਰ ਕੀ ਹੈ? ਤਾਂ ਪਹਿਲੀ ਆਪਸ਼ਨ ਆਪਣੇ ਕੋਲ ਸੋਸ਼ਲ ਆਰਡਰ ਐਂਡ ਮੇਨਟੇਨੈਂਸ, ਸਮਾਜਿਕ ਵਿਵਸਥਾ ਦੀ ਸੰਭਾਲ। ਦੂਸਰਾ ਸੋਸ਼ਲ ਕੰਟਰੈਕਟ ਮੇਨਟੇਨੈਂਸ, ਸਮਾਜਿਕ ਮਤ ਦਾ ਰੱਖ ਰਖਾਅ ਜਾਂ ਮਤ ਦਾ ਨਿਯਮ। मत का नियम भी आप कह सकते हैं। तीसरा की है पनिशमेंट एंड ओबीडेंस, सजा अते आज्ञाकारी। चौथा की है यूनिवर्सल एथिकल प्रिंसिपल, सर्वव्यापक नैतिक विकास। तो इसका राइट आंसर की बनेगा अपने को? हुण देखो 7 तो 8 साल अजे बच्चे छोटे की गल हो रही है, तो आप पहला पढ़ चुके हैं जिहड़ी प्री कन्वेंशनल स्टेज है। ਇਹਦੇ ਬਾਰੇ ਆਪਾਂ ਕੀ ਪੜਿਆ? ਇਹ ਕਿਹਦੀ ਗੱਲ ਕਰਦਾ ਹੈ? ਬੱਚਿਆਂ ਦੀ, ਛੋਟੇ ਬੱਚੇ। ਤਾਂ ਇੱਥੇ ਦੇਖੋ ਛੋਟੇ ਬੱਚੇ ਦੀ ਗੱਲ ਹੋ ਰਹੀ ਹੈ 7 ਤੋਂ 8 ਸਾਲ। ਤਾਂ ਇਹ ਕਿਹੜੀ ਸਟੇਜ ਜਾਏਗਾ ਆਪਣੇ ਕੋਲ? ਸਟੇਜ ਆਏਗੀ ਆਪਣੇ ਕੋਲ ਪ੍ਰੀ ਕਨਵੈਨਸ਼ਨਲ ਸਟੇਜ। ਤਾਂ ਪ੍ਰੀ ਕਨਵੈਨਸ਼ਨਲ ਸਟੇਜ ਆਪਾਂ ਦੋ ਸਬ ਸਟੇਜ ਕਿਹੜੀ? ਲੈਵਲ ਪ੍ਰੀ ਕਨਵੈਨਸ਼ਨਲ ਸਟੇਜ। ਸਟੇਜਾਂ ਆਪਾਂ ਦੋ ਪੜੀਆਂ, ਇੱਕ ਪੜਿਆ ਆਪਾਂ ਓਬੇ ਐਂਡ ਪਨਿਸ਼ਮੈਂਟ, दूसरा पढ़िया आप
टिट फॉर टैट। तो इसका राइट आंसर की बनेगा अपने को ऑप्शन सी पनिशमेंट एंड ओबीडियंस, सजा अते आज्ञाकारी। नेक्स्ट क्वेश्चन देखते हैं। द करेक्ट सीक्वेंस ऑफ लेवल ऑफ मोरल डेवलपमेंट अकॉर्डिंग टू लॉरेंस कोलबर्ग इज। कहता लॉरेंस कोलबर्ग के अनुसार नैतिक विकास के पद्धरां का सही क्रम वा। तो देखो वही क्वेश्चन आ गया अपने को, हुण आपां सीक्वेंस दसनी है। तो सब तो पहला आपां पढ़िया सीगा प्री कन्वेंशनल, दूसरा पढ़िया सीगा कन्वेंशनल, तीसरा पढ़िया पोस्ट कन्वेंशनल। तो इसका राइट आंसर की बनेगा अपने को ऑप्शन ए। नेक्स्ट क्वेश्चन देखते हैं। विच ऑफ द फॉलोइंग इज एक्सप्लेन्ड बाय लॉरेंस कोलबर्ग। लॉरेंस कोलबर्ग द्वारा हेठ दिते विचों एक व्याख्या की गई है, तो व्याख्या केड़ी है। तो सब तो पहला देखते हैं आपां द सोशल कंट्रैक्ट ओरिएंटेशन, समाजिक इकरारनामा या मत दी स्थिति, मत दी स्थिति। दूसरा गया जोन ऑफ प्रॉक्सिमल डेवलपमेंट, नजदीकी विकास का जोन या संभावित विकास का खेतर। तीसरा गया इनर स्पीच, अंदरूनी भाषण। चौथा गया ईगोसेंट्रिक स्पीच, होमे केंद्रित भाषण या स्व केंद्रित भाषण। हुण देखो ईगोसेंट्रिक की गल कौन करता है, जीन पियाजा। इनर स्पीच की गल किने कीती सीगी, वाइगोस्टी ने। जोन ऑफ प्रॉक्सिमल दी डेवलपमेंट की गल कौन करता है, वाइगोस्टी। तो इसका राइट आंसर की बनेगा अपने को ऑप्शन ए द सोशल कॉन्ट्रैक्ट ओरिएंटेशन, सामाजिक मत दी स्थिति। नेक्स्ट क्वेश्चन देखते हैं। द स्टेज 5 ऑफ द पोस्ट कन्वेंशनल मोरालिटी एज गिवन बाय द लॉरेंस कोलबर्ग इज मार्क्ड बाय। लॉरेंस कोलबर्ग द्वारा दी गई उत्तरी परंपरागत नैतिकता दे पड़ाव पंजवें द्वारा चिन्हित किया गया है। तो आप दसना पंजवें स्टेज, पंजवीं स्टेज विच आपां नूं की देखण नूं मिलदा है। ठीक है, तो पहला की हैगा मनुखता दे लाभां लई एक समाजिक इकरारनामे की पालना करन दा एक मुक्त समझौता। दूसरी ऑप्शन की है समाजिक इकरारनामे तो परे भी नैतिकता दे एक मुक्त खोज। तीसरा की है नैतिक नियमां दा गठन जो नैतिक नूं बाईपास करते हैं। चौथी ऑप्शन की है चंगा व्यक्ति बनने की लोड़। हुण देखो चंगा व्यक्ति बनने की लोड़ आपां किहड़ी स्टेज विच पढ़िया, स्टेज नंबर 3, गुड बॉय गुड गर्ल। ठीक है, तो दूसरी ऑप्शन मैनूं किते लग नहीं रही है सही। तो इसदा राइट आंसर की बनेगा अपने कोल ऑप्शन सी नैतिक नियमां दा गठन जो नैतिकता नूं बाईपास करता है। ठीक है, तो देखो किते भी आपां ये नहीं पढ़िया नैतिकता एक मुक्त खोज, दूसरा आप ये भी नहीं पढ़िया भी मुक्त एक समझौता। तो इस करके राइट आंसर की बनेगा अपने को ऑप्शन सी नैतिक नियमां दा गठन जो नैतिकता नूं बाईपास करता है। नेक्स्ट की है द मोरल रीजनिंग ऑफ चिल्ड्रन बेस्ड ऑन बिगिन ओबीडेंट फॉर अवॉइडिंग पनिशमेंट करैक्टरिस्टिक्स डैश ऑफ द लॉरेंस कोलबर्ग थ्योरी ऑफ मोरल डेवलपमेंट। कहते सजा तो बचन लई आज्ञाकारी होना या होने ते आधारित बच्चों का नैतिक तर्क लॉरेंस कोलबर्ग के नैतिक तर्क के विकास के सिद्धांत डैश नूं दर्शाउंदा है। तो पहला हैगा अपने को प्री कन्वेंशनल लैवल, दूसरा की अपने को कन्वेंशनल लैवल, तीसरा की है पोस्ट कन्वेंशनल लैवल, चौथा की है फॉर्मल ऑपरेशन लैवल। तो किते भी फॉर्मल ऑपरेशन आपां नहीं पढ़िया। ठीक है, तो हुण नहीं क्या सजा तो पनिशमेंट आज्ञाकारी, आज्ञाकारी ते सजा। आज्ञाकारी ते सजा तो बचन लई बच्चा की करता है नैतिकता नूं अपनाउंदा है। तो यह किहड़ी लैवल च देखण नूं मिलदी है, तो यह आपां नूं देखण नूं मिलदी है प्री कन्वेंशनल लैवल, मतलब पहला लैवल। इहदे विच अगे दो स्टेज जड़े, तो यह पहली स्टेज नूं की करदा है लाई करदा, दूसरा की सीगा टिट फॉर टैट वाला। तो नेक्स्ट क्वेश्चन देखते हैं। आफ्टर विच लैवल ऑफ लॉरेंस कोलबर्ग मोरल रीजनिंग डू चिल्ड्रन टिपिकली बिलीव दैट people should live up to the acceptation of the society and behave good ways। कहंदा लॉरेंस कोलबर्ग दे नैतिक तर्क दे किस पद्धर तो बाद कि बच्चे आम तौर ते विश्वास करते हैं कि लोगों को समाज दीआं उम्मीदां ते खरा उतरना चाहिए है अते चंगे तरीकिਆਂ नाल व्यवहार करना चाहिए है। तो देखो पहली ऑप्शन की अपने को पोस्ट ऑपरेशनल लेवल, दूसरा की है प्री कन्वेंशनल लेवल, तीसरा की है कन्वेंशनल लेवल, फिर की है प्री कन्वेंशनल लेवल। देखो ये दोनों ऑप्शन सेम आ गया।
ਇੱਥੇ ਆਪਰੇਸ਼ਨਲ ਨਹੀਂ ਆਏਗਾ, ਕਨਵੈਨਸ਼ਨਲ ਆਏਗਾ, ਪੋਸਟ ਕਨਵੈਨਸ਼ਨਲ। ਤਾਂ ਇਸ ਦਾ ਰਾਈਟ ਆਂਸਰ ਕੀ ਬਣੇਗਾ ਆਪਣੇ ਕੋਲ? ਹੁਣ ਦੇਖੋ ਉਹਨਾਂ ਨੇ ਕਿਹਾ ਲਾਰੈਂਸ ਕੋਲਬਰਗ ਦੇ ਨੈਤਿਕ ਤਰਕ ਦੇ ਸਿਧਾਂਤ ਤੇ ਬੱਚੇ ਆਮ ਤੌਰ ਤੇ ਵਿਸ਼ਵਾਸ ਕਰਦੇ ਹਨ, ਲੋਕਾਂ ਨੂੰ ਸਮਾਜ ਦੀਆਂ ਉਮੀਦਾਂ ਤੇ ਖਰਾ ਉਤਰਨਾ ਚਾਹੀਦਾ ਹੈ। ਚੰਗੇ ਮਤਲਬ ਕੀ ਹੈ? ਗੁੱਡ ਦੀ ਗੱਲ ਕਰ ਰਿਹਾ, ਗੁੱਡ ਬॉय ਗੁੱਡ ਨਾਈਸ ਗਰਲ ਦੀ ਆਪਾਂ ਗੱਲ ਕਿੱਥੇ ਕੀਤੀ ਹੈ? ਸਟੇਜ ਨੰਬਰ 3 ਲੈਵਲ ਨੰਬਰ 2 ਕਨਵੈਨਸ਼ਨਲ ਲੈਵਲ। ਤੇ ਇਸ ਦਾ ਰਾਈਟ ਆਂਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਸੀ। ਨੈਕਸਟ ਕੁਐਸਚਨ ਦੇਖਦੇ ਹਾਂ। 8-year-old Rohit reason stealing or wrong because stealing behavior can lead to his rejection of by other as per Kohlberg theory of moral development which stage in the displaying। ਕਹਿੰਦਾ 8 ਸਾਲ ਦੇ ਰੋਹਿਤ ਕਾਰਨ ਚੋਰੀ ਕਰਨਾ ਗਲਤ ਹੈ ਕਿਉਂਕਿ ਚੋਰੀ ਦਾ ਵਿਵਹਾਰ ਦੂਜਿਆਂ ਦੁਆਰਾ ਉਸ ਨੂੰ ਅਸਵੀਕਾਰ ਕਰ ਸਕਦਾ ਹੈ। ਤਾਂ ਲਾਰੈਂਸ ਕੋਲਬਰਗ ਦੇ ਸਿਧਾਂਤ ਜਾਂ ਨੈਤਿਕ ਵਿਕਾਸ ਦੇ ਅਨੁਸਾਰ ਉਹ ਕਿਸ ਅਵਸਥਾ ਜਾਂ ਪੜਾਅ ਵਿੱਚ ਪ੍ਰਦਰਸ਼ਿਤ ਕਰਦਾ ਹੈ। ਹੁਣ ਦੇਖੋ ਨੇ ਕਿਹਾ ਚੋਰੀ ਕਰਨਾ ਗਲਤ ਹੈ, ਤਾਂ ਇਹਦਾ ਮਤਲਬ ਜੇਕਰ ਚੋਰੀ ਕਰਦਾ ਹੈ ਤਾਂ ਫਿਰ ਆਪਾਂ ਕੀ ਕਵਾਂਗੇ? ਮਤਲਬ ਪਨਿਸ਼ਮੈਂਟ ਦੀ ਗੱਲ ਕਰਦਾ ਹੈ, ਤਾਂ ਉਹ ਕਿਹੜਾ ਉਹ ਆਪਣੇ ਕੋਲ ਕਿਹੜੀ ਸਟੇਜ ਹੋਏਗੀ? ਪਹਿਲੀ। ਪਰ ਉਹਨੇ ਕਿਹਾ ਚੋਰੀ ਕਰਨਾ ਮਤਲਬ ਚੋਰੀ ਨਹੀਂ ਕਰੇਗਾ, ਤਾਂ ਚੋਰੀ ਨਹੀਂ ਕਰੇਗਾ ਤਾਂ ਸਮਾਜ ਵਿੱਚ ਕੀ ਹੈ? ਆਪਣੇ ਆਪ ਨੂੰ ਚੰਗਾ ਦਿਖਾਏਗਾ। ਤਾਂ ਇਸ ਦਾ ਰਾਈਟ ਆਂਸਰ ਕੀ ਬਣਿਆ? ਜਦੋਂ ਆਪਣੇ ਆਪ ਨੂੰ ਚੰਗਾ ਦਿਖਾਣਾ ਤਾਂ ਉਹ ਆਪਣਾ ਆਪਸ਼ਨ ਕੀ ਬਣੇਗਾ? ਆਪਸ਼ਨ ਏ ਗੁੱਡ ਬॉय ਗੁੱਡ ਗਰਲ ਓਰੀਐਂਟੇਸ਼ਨ, ਚੰਗਾ ਮੁੰਡਾ ਜਾਂ ਚੰਗੀ ਕੁੜੀ ਦੀ ਸਥਿਤੀ। ਹੁਣ ਦੇਖੋ ਇੱਥੇ ਚੋਰੀ ਕਰਨ ਦੀ ਗੱਲ ਨਹੀਂ ਕੀਤੀ, ਉਹਨੇ ਕਿਹਾ ਚੋਰੀ ਕਰਨ ਨਾਲ, ਚੋਰੀ ਕਰਨਾ ਗਲਤ ਹੈ, ਚੋਰੀ ਕੀਤੀ ਨਹੀਂ ਹੈ, ਕਿਉਂਕਿ ਉਹ ਕਹਿ ਰਿਹਾ ਜੇਕਰ ਚੋਰੀ ਕਰੋਗੇ ਤਾਂ ਤੁਸੀਂ ਸਮਾਜ ਦੇ ਸਾਹਮਣੇ ਕੀ ਹੈ? ਆਪਣੇ ਆਪ ਨੂੰ ਚੰਗਾ ਨਹੀਂ ਬਣਾ ਸਕੋਗੇ। ਨੈਕਸਟ ਕੁਐਸਚਨ ਕੀ ਹੈ? Which of the following describe universal ethical principle of orientation? Stage of moral development proposed by Lawrence Kohlberg। Lawrence Kohlberg द्वारा प्रस्तावित नैतिक विकास विश्वव्यापी नैतिक प्रमुख स्थिति पड़ाव वर्णन हेठा लिखिया विचों केड़ा है? तो पहला अपने को सैटिस्फाई पर्सनल नीड्स, निजी लोड़ा ਨੂੰ पूरा करने ਲਈ। दूसरा की अपने को दोस्तां ते रिश्तेदारां दे प्यार ਅਤੇ ਪ੍ਰਵਾਨਗੀ ਨੂੰ ਬਣਾਈ ਰੱਖਣ ਲਈ। तीसरा की है विश्व व्यापी सिद्धांत जो सारी मनुखता ਲਈ वैध ਹਨ, वैलिड ਹਨ। चौथी की है अपने हितां ਲਈ ਕਾਨੂੰਨਾਂ ਅਤੇ ਨਿਯਮਾਂ ਨੂੰ ਕਾਇਮ ਰੱਖਣ ਦਾ ਫਰਜ਼। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ? ਹੁਣ ਦੇਖੋ ਯੂਨੀਵਰਸਲ ਐਥੀਕਲ ਦੀ ਗੱਲ ਹੋ ਰਹੀ ਹੈ, ਮਤਲਬ ਪੋਸਟ ਕਨਵੈਨਸ਼ਨਲ ਦੀ ਗੱਲ ਹੋ ਰਹੀ ਹੈ, ਤਾਂ ਉਹਦੇ ਅਕੋਰਡਿੰਗ ਆਪਣਾ ਆਨਸਰ ਕੀ ਬਣੇਗਾ? ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਸੀ ਯੂਨੀਵਰਸਲ ਪ੍ਰਿੰਸੀਪਲ that are valid of all humanity। next question देखते हैं। which stage of Kohlberg moral development do children reasoning revolve around ethical of law? ਕਹਿੰਦਾ ਕੋਲਬਰਗ ਦੇ ਨੈਤਿਕ ਵਿਕਾਸ ਦੇ ਕਿਹੜੇ ਪੜਾਅ ਵਿੱਚ ਬੱਚਿਆਂ ਦਾ ਤਰਕ ਕਾਨੂੰਨ ਦੀ ਨੈਤਿਕਤਾ ਦੇ ਦੁਆਲੇ ਘੁੰਮਦਾ ਹੈ? ਤਾਂ ਪਹਿਲੀ ਆਪਣੇ ਕੋਲ ਆਪਸ਼ਨ ਕੀ ਹੈ? ਹੈਟਰੋਨੀਮਸ ਮੋਰੈਲਿਟੀ, ਵਿਭਿੰਨ ਨੈਤਿਕਤਾ। दूसरा की है ऑटोनॉमी मोरैलिटी, खुद मुख्तियार नैतिकता। तीसरा की है प्री कन्वेंशनल मोरैलिटी, परंपरागत नैतिकता। तीसरा की कन्वेंशनल मोरैलिटी, परंपरागत नैतिकता। एक है इत्थे प्री का मतलब है पूर्वी रवायती या पूर्वी परंपरागत नैतिकता। तो इसका राइट आंसर की बनेगा अपने को? ऑप्शन डी। ਨੈਕਸਟ ਕੁਐਸਚਨ ਦੇਖਦੇ ਆ। ਪੂਜਾ ਆਪਣੇ ਦੋਸਤ ਨੂੰ ਕਹਿੰਦੀ ਹੈ ਕਿ ਸਾਨੂੰ ਕਲਾਸ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਅਧਿਆਪਕ ਸਾਨੂੰ ਬਾਹਰ ਖੇਡਣ ਦੀ ਇਜਾਜ਼ਤ ਨਹੀਂ ਦੇਵੇਗਾ। ਲਾਰੈਂਸ ਕੋਲਬਰਗ ਦੇ ਅਨੁਸਾਰ ਪੂਜਾ ਨੈਤਿਕ ਵਿਕਾਸ ਕਿਸ ਪੜਾਅ ਤੇ ਹੈ? ਪਹਿਲਾ ਆਪਣੇ ਕੋਲ ਓਬੀਡੀਐਂਸ ਪਨਿਸ਼ਮੈਂਟ ओरिएंटेशन, दूसरा गुड बॉय गुड गर्ल ओरिएंटेशन, तीसरा अथॉरिटी एंड सोसाइटी ऑर्डर मेंटेन्स ओरिएंटेशन, तीसरा यूनिवर्सल एथिकल प्रिंसिपल ऑफ ओरिएंटेशन। ਹੁਣ ਦੇਖੋ ਇਹਨੇ ਕਿਹਾ ਜੇ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਅਧਿਆਪਕ ਸਾਨੂੰ ਖੇਡਣ ਨਹੀਂ ਦੇਵੇਗਾ। ਇਹਦਾ ਮਤਲਬ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਨਿਯਮ ਪਾਲਣ ਨਹੀਂ ਕਰਾਂਗੇ ਤਾਂ ਸਾਨੂੰ ਕੀ ਦਿੱਤੀ ਜਾਏਗੀ? ਸਜ਼ਾ। ਤਾਂ ਉਸ ਸਜ਼ਾ ਤੋਂ ਡਰ ਤੋਂ ਬਚਣ ਲਈ ਉਸ ਨਿਯਮ ਨੂੰ ਕੀ ਕਰ ਰਿਹਾ? ਫੋਲੋ। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਏ obedience and punishment orientation, आज्ञाकारी सजा दी स्थिति। नेक्स्ट क्वेश्चन देखते हैं।
ਕਾਰਲ ਗਿਲੀਗਨ ਨੇ ਇਹ ਦਲੀਲ ਦੇ ਕੇ ਲਾਰੈਂਸ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੀ ਆਲੋਚਨਾ ਕੀਤੀ ਕਿ ਮਰਦਾਂ ਵਿੱਚ ਡੈਸ਼ ਦੀ ਨੈਤਿਕਤਾ ਹੈ ਜਦੋਂ ਕਿ ਔਰਤਾਂ ਵਿੱਚ ਡੈਸ਼ ਦੀ ਨੈਤਿਕਤਾ। ਹੁਣ ਦੇਖੋ ਜਦੋਂ ਥਿਊਰੀ ਆਪਾਂ ਪੜ੍ਹਦੇ ਆ, ਥਿਊਰੀ ਦੇ ਵਿੱਚ ਲਾਸਟ ਦੇ ਵਿੱਚ ਇੱਕ ਆਲੋਚਨਾ ਕੀਤੀ ਗਈ, ਤਾਂ ਆਲੋਚਨਾ ਕਿਹਦੇ ਵੱਲੋਂ ਕੀਤੀ ਗਈ ਸੀਗੀ? ਕਾਰਲੋ ਗਿਲੀਗਨ। ਤਾਂ ਇਹ ਕੌਣ ਸੀਗੀ? ਇਹ ਕੋਲਬਰਗ ਦੀ ਇੱਕ ਸਟੂਡੈਂਟ ਸੀਗੀ। ਤਾਂ ਜਿਹਨੇ ਕੀ ਕਿਹਾ ਸੀਗਾ ਵੀ ਤੁਸੀਂ ਜਿੰਨੀ ਵੀ ਥਿਊਰੀ ਦਿੱਤੀ ਹੈ ਉਹਦੇ ਵਿੱਚ ਕਿਤੇ ਵੀ ਫੀਮੇਲ ਦਾ ਕੋਈ ਵੀ ਤੁਸੀਂ ਜ਼ਿਕਰ ਨਹੀਂ ਕੀਤਾ, ਮਤਲਬ ਕਿ ਇਹ ਫੀਮੇਲ ਦੀ ਗੱਲ ਨਹੀਂ ਕੀਤੀ, ਸਾਰਾ ਪਰਸਪੈਕਟਿਵ ਕਿਹਦੇ ਦੇਖਿਆ? ਸੌਰੀ, ਕਿਹਦੇ ਪਰਸਪੈਕਟਿਵ ਦੇਖਿਆ? ਮੇਲ ਦੇ। ਤਾਂ ਉਹਦੇ ਅਕੋਰਡਿੰਗ ਉਹਨੇ ਕਿਹਾ ਮਰਦਾਂ ਵਿੱਚ ਡੈਸ਼ ਦੀ ਨੈਤਿਕਤਾ, ਮਰਦਾਂ ਵਿੱਚ ਕਿਹੜੀ ਹੁੰਦੀ ਹੈ? ਨਿਆਂ ਜਾਂ ਕੇਅਰ। दूसरा की है केयर जस्टिस, तीसरा की है गुडनेस ऑफ सैक्रीफाइस, तीसरा की है सैक्रीफाइस या गुडनेस। तो इसका राइट आंसर की बनेगा अपने को? ऑप्शन ए जस्टिस एंड केयर। कहते मर्दां विच तां जस्टिस दी नैतिकता पाई जाती है जदों कि औरतां विच किहड़ी पाई जाती है? केयर, देखभाल दी नैतिकता। नेक्स्ट क्वेश्चन, वन ऑफ द चीफ criticism of the Lawrence Kohlberg theory is that कहते लॉरेंस कोलबर्ग के सिद्धांत की एक प्रमुख आलोचना यह है। तो पहली ऑप्शन अपने को द थ्योरी ऑफ अंडरमीन्स ऑफ द फीमाइन परस्पेक्टिव, कहता उसका सिद्धांत नारी दृष्टिकोण ਨੂੰ कमजोर करता है, मतलब कि ਇਹਨੇ किते भी फीमेल की कोई गल ਜਾਂ ਜ਼ਿਕਰ नहीं किया, सारी परस्पेक्टिव किते देखिया? मेल्स ਦੇ। दूसरा की है उसने नैतिक विकास के पिगेड़ के सिद्धांत का हवाला नहीं दिता, यह भी गलत है क्योंकि इन्होंने प्याजे के सिद्धांत ਨੂੰ ਕੀ ਕੀਤਾ ਸੀਗਾ ਅੱਗੇ आपदे मतलब प्याजे के सिद्धांत तो प्रभावित होकर इन्हें अगे स्टेजा बारे दस्या सीगा। तीसरा की है वो हरेक पड़ाव ते बच्चों के खास जवाबों का प्रस्ताव नहीं करता, तो यह भी गलत है। तो हरेक पड़ाव के अलग अलग अपने जवाब देखने को मिलते हैं। तीसरा की है उसने बच्चों को कोई खोज नहीं की, तो यह भी गलत है। तो इसका राइट आंसर की बनेगा अपने को? ऑप्शन ए उसके सिद्धांत नारी दृष्टिकोण, क्योंकि देखो इन्हें सिर्फ गल की सी मेल्स दे, तो वह भी की ने जस्टिस, ਤੇ ਇੱਥੇ ਫੀਮੇਲ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ। ਤਾਂ ਇਸ ਦਾ ਰਾਈਟ ਆਨਸਰ ਕੀ ਬਣੇਗਾ ਆਪਣੇ ਕੋਲ? ਆਪਸ਼ਨ ਏ। ਤਾਂ ਅੱਜ ਦੀ ਕਲਾਸ ਲਈ ਇੰਨਾ ਹੀ। ਕੱਲ ਨੂੰ ਆਪਾਂ ਇੱਕ ਨਵੀਂ ਥਿਊਰੀ ਦੀ ਕਲਾਸ ਲੈ ਕੇ ਆਵਾਂਗੇ। ਥਿਊਰੀ ਤੋਂ ਬਾਅਦ ਫਿਰ ਆਪਾਂ ਉਸ ਚੈਪਟਰ ਦੇ ਕੀ ਕਰਾਂਗੇ? ਐਮਸੀਕਿਊ ਦੇਖਾਂਗੇ, ਜਿੰਨੇ ਵੀ ਪ੍ਰੀਵੀਅਸ ਪੇਪਰ ਆਏ ਹੋਏ ਆ ਸੀਟੈਟ, ਪੀਐਸਟੈਟ, ਤਾਂ ਇਹ ਕਾਫੀ ਕੁਐਸਚਨ ਸੀਟੈਟ ਚ ਆਏ ਹੋਏ ਸੀਗੇ ਜਿੰਨੇ ਵੀ ਆਪਾਂ ਡਿਸਕਸ ਕਰੇ ਆ। ਤਾਂ ਜਿਹੜੀ ਕੱਲ ਨੂੰ ਕਲਾਸ ਸਟਾਰਟ ਕਰਾਂਗੇ ਆਪਾਂ ਉਹ ਥਿਊਰੀ ਦੀ ਹੋਏਗੀ। ਥਿਊਰੀ ਤੋਂ ਬਾਅਦ ਫਿਰ ਆਪਾਂ ਉਸ ਕਲਾਸ ਦੀ ਕੀ ਕਰਾਂਗੇ? ਐਮਸੀਕਿਊ। ਧੰਨਵਾਦ।